ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ, ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਹੈ ਡਰ, ਯਾਨੀ ਫੀਅਰ। ਸੰਗਤ ਜੀ, ਜੋ ਡਰ ਹੈ ਉਹ ਇੱਕ ਹਰ ਮਨੁੱਖ ਦੀ ਬੁਨਿਆਦੀ ਸਮੱਸਿਆ ਹੈ। ਡਰ ਹਰ ਇੱਕ ਮਨੁੱਖ ਦੇ ਅੰਦਰ ਕਿਸੇ ਨਾ ਕਿਸੇ ਰੂਪ ਵਿੱਚ ਘਰ ਕਰਕੇ ਬੈਠਾ ਹੋਇਆ ਹੈ, ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਕਿਸੇ ਨਾ ਕਿਸੇ ਡਰ ਤੋਂ ਹਰ ਇੱਕ ਮਨੁੱਖ ਪਰੇਸ਼ਾਨ ਹੈ। ਸੰਗਤ ਜੀ, ਰੋਜ਼ਮਰਾ ਦਾ ਜੇ ਜੀਵਨ ਅਸੀਂ ਦੇਖਦੇ ਹਾਂ ਤੇ ਇਸ ਰੋਜ਼ਮਰਾ ਦੇ ਜੀਵਨ ਅੰਦਰ ਅਣਗਿਣਤ ਡਰ ਸਾਨੂੰ ਵੇਖਣ ਨੂੰ ਮਿਲਦੇ ਹਨ। ਇੱਕ ਦੋ ਚਾਰ ਡਰ ਨਹੀਂ, ਜੇ ਅਸੀਂ ਵੇਖੀਏ ਤੇ ਇਸ ਦੀ ਕੋਈ ਗਿਣਤੀ ਹੀ ਨਹੀਂ ਹੈ ਕਿ ਇੰਨੇ ਡਰ ਜਿਹੜੇ ਸਾਡੇ ਅੰਦਰ ਹੁੰਦੇ ਨੇ। ਸੰਗਤ ਜੀ, ਮੋਟੇ ਤੌਰ 'ਤੇ ਦੋ ਤਰ੍ਹਾਂ ਦੇ ਡਰ ਮਨੁੱਖ ਦੇ ਅੰਦਰ ਹੁੰਦੇ ਨੇ। ਪਹਿਲਾ ਜਿਹੜਾ ਡਰ ਹੈ ਉਹ ਕੁਦਰਤੀ ਡਰ ਹੈ, ਜਿਹੜਾ ਸਹਿਜ ਹੈ, ਜਿਹੜਾ ਹਰ ਮਨੁੱਖ ਦੇ ਅੰਦਰ ਸੁਭਾਵਿਕ ਹੁੰਦਾ ਹੈ ਤੇ ਹੋਣਾ ਵੀ ਚਾਹੀਦਾ ਹੈ। ਸੰਗਤ ਜੀ, ਜੇਕਰ ਅਸੀਂ ਇਸ ਡਰ ਨੂੰ ਡਰ ਨਾ ਕਹੀਏ ਔਰ ਅਸੀਂ ਕੁਛ ਇਸ ਨੂੰ ਇਸ ਢੰਗ ਨਾਲ ਸਮਝੀਏ ਕਿ ਸਾਡੇ ਮਨ ਦੀ ਜੋ ਐਸੀ ਅਵਸਥਾ ਹੈ ਜੋ ਸਾਨੂੰ ਅਲਰਟ ਰੱਖਦੀ ਹੈ, ਜਿਹੜੀ ਸਾਨੂੰ ਹੋਸ਼ ਵਿੱਚ ਰੱਖਦੀ ਹੈ, ਜਿਵੇਂ ਪਾਤਸ਼ਾਹ ਬਾਣੀ ਦੇ ਵਿੱਚ ਵੀ ਕਹਿੰਦੇ ਨੇ, ਗਿਆਨੀ ਹੋਏ ਸੋ ਚੇਤਨ ਹੋਏ। ਭਾਵ ਜਿਹੜਾ ਗਿਆਨੀ ਮਨੁੱਖ ਹੈ ਉਹ ਹਰ ਵਕਤ ਅਲਰਟ ਰਹਿੰਦਾ ਹੈ। ਸੰਗਤ ਜੀ, ਇਸ ਨੂੰ ਅਸੀਂ ਬੜੇ ਸਰਲ ਤਰੀਕੇ ਨਾਲ ਸਮਝਦੇ ਹਾਂ। ਮੰਨ ਲਓ ਕਿ ਟ੍ਰੈਫਿਕ ਦੇ ਕੁਝ ਰੂਲ ਨੇ, ਜੇਕਰ ਅਸੀਂ ਉਸ ਨੂੰ ਤੋੜਦੇ ਹਾਂ ਤੇ ਇਹ ਖਤਰਾ ਪੈਦਾ ਹੁੰਦਾ ਹੈ ਕਿ ਇਹ ਡਰ ਪੈਦਾ ਵੀ ਹੁੰਦਾ ਹੈ ਕਿ ਜੇਕਰ ਅਸੀਂ ਇਸ ਨਿਯਮ ਨੂੰ ਤੋੜਿਆ ਤੇ ਐਕਸੀਡੈਂਟ ਹੋ ਸਕਦਾ ਹੈ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਅਲਰਟ ਬੰਦਾ ਹੈ ਉਹ ਇਸ ਰੂਲ ਨੂੰ, ਇਸ ਜਿਹੜੇ ਕਾਨੂੰਨ ਨੇ ਜਿਹੜੇ, ਉਸ ਨੂੰ ਨਹੀਂ ਤੋੜਦਾ, ਔਰ ਜੇਕਰ ਤੋੜਦਾ ਹੈ ਤਾਂ ਐਕਸੀਡੈਂਟ ਹੋ ਸਕਦਾ ਹੈ। ਜਾਂ ਸੰਗਤ ਜੀ, ਇਸ ਨੂੰ ਅਸੀਂ ਇਸ ਤਰ੍ਹਾਂ ਵੀ ਸਮਝ ਸਕਦੇ ਹਾਂ ਕਿ ਜਿਹੜਾ ਅਲਰਟ ਬੰਦਾ ਹੈ ਉਸ ਨੂੰ ਪਤਾ ਹੈ ਕਿ ਜੇਕਰ ਮੈਂ ਅੱਗ ਦੇ ਅੰਦਰ ਹੱਥ ਪਾਵਾਂਗਾ ਤੇ ਅੱਗ ਮੈਨੂੰ ਸਾੜ ਦੇਗੀ। ਸੰਗਤ ਜੀ, ਇਹ ਜੋ ਡਰ ਹੈ ਉਹ ਸੁਭਾਵਿਕ ਹੈ, ਹਰ ਇੱਕ ਦੇ ਅੰਦਰ ਹੋਣਾ ਵੀ ਚਾਹੀਦਾ ਹੈ। ਅਗਰ ਜੇ ਇਹ ਡਰ ਨਹੀਂ ਹੈ ਤਾਂ ਸਮਝੋ ਉਹ ਇਸ ਗੱਲ ਦਾ ਸਬੂਤ ਹੈ ਕਿ ਬੰਦੇ ਵਿੱਚ ਬੁੱਧੀ ਹੀ ਨਹੀਂ ਹੈ, ਇਸ ਨੂੰ ਸਮਝ ਹੀ ਕੁਛ ਨਹੀਂ। ਗੁਰੂ ਸਾਹਿਬ ਵੀ ਕਹਿੰਦੇ ਨੇ, ਚੰਚਲ ਮਤ ਬਾਰਿਕ ਮਤ ਪੂਰੇ ਕੀ, ਅਗਨ ਸਰਪ ਸੰਗ ਮੇਲੇ। ਭਾਵ ਜਿਹੜਾ ਚੰਚਲ ਬਾਰਕ ਹੈ, ਥੋੜ੍ਹੀ ਮੱਤ ਵਾਲਾ ਬਾਰਕ ਹੈ, ਉਹ ਹੀ ਇਹ ਕਰਦਾ ਹੈ। ਉਸ ਨੂੰ ਸੱਪ ਅਤੇ ਅੱਗ ਦੇ ਡਰਨ ਤੋਂ ਡਰ ਨਹੀਂ ਲੱਗਦਾ, ਕਿਉਂਕਿ ਇਸ ਦੇ ਅੰਦਰ ਇਤਨੀ ਸਮਝ ਹੀ ਨਹੀਂ ਹੈ। ਇਹ ਜਿੱਦ ਕਰਦਾ ਹੈ ਕਿ ਮੈਂ ਅੱਗ ਦੇ ਨਾਲ ਖੇਡਣਾ ਹੈ, ਮੈਂ ਸੱਪ ਦੇ ਨਾਲ ਵੀ ਖੇਡਣਾ ਹੈ। ਸੋ ਸੰਗਤ ਜੀ, ਜੋ ਇਹ ਪਹਿਲਾ ਡਰ ਹੈ ਉਹ ਸੁਭਾਵਿਕ ਹੈ, ਇਹ ਹੋਣਾ ਵੀ ਚਾਹੀਦਾ ਹੈ। ਪਰ ਸੰਗਤ ਜੀ, ਜੋ ਦੂਸਰਾ ਡਰ ਹੈ ਜੋ ਬੰਦੇ ਵਿੱਚ ਹੁੰਦਾ ਹੈ ਉਹ ਸਹਿਜ ਨਹੀਂ ਹੈ, ਸੁਭਾਵਿਕ ਨਹੀਂ ਹੈ। ਇਹ ਸਾਡੇ ਮਨ ਦੀ ਉਪਜ ਹੈ। ਇਸ ਦਾ ਡਰ
ਸਾਡਾ ਮਨ ਹੀ ਜਿਹੜਾ ਹੈ ਇਸ ਨੂੰ ਡਰ ਪੈਦਾ ਕਰਦਾ ਹੈ, ਔਰ ਜਿਹੜੀ ਇਸ ਦੀ ਸ਼ੁਰੂਆਤ ਹੈ ਉਹ ਬਚਪਨ ਤੋਂ ਹੀ ਹੋ ਜਾਂਦੀ ਹੈ। ਕਈ ਵਾਰੀ ਮਾਤਾ ਪਿਤਾ ਹੀ ਜਾਣੇ ਅਣਜਾਣੇ ਵਿੱਚ ਬੱਚੇ ਦੇ ਅੰਦਰ ਇਸ ਬੀਜ ਨੂੰ ਬੀਜ ਦਿੰਦੇ ਨੇ। ਕਈ ਵਾਰੀ ਜੇ ਤੁਸੀਂ ਨੋਟ ਕਰੋ ਤਾਂ ਦਾਦੀ ਦਾਦਾ ਮਾਂ ਪਿਓ ਬੱਚਿਆਂ ਨੂੰ ਰਾਤ ਤੋਂ, ਦਿਨ ਤੋਂ, ਪੰਛੀਆਂ ਤੋਂ, ਪਰਿੰਦਿਆਂ ਤੋਂ, ਜਾਨਵਰਾਂ ਤੋਂ ਡਰਾਉਂਦੇ ਨੇ ਕਿ ਵੀ ਫਲਾਣੀ ਚੀਜ਼ ਆ ਜਾਏਗੀ ਤੂੰ ਸੋ ਜਾ, ਫਲਾਣੀ ਚੀਜ਼ ਆ ਜਾਏਗੀ ਤੂੰ ਹੁਣ ਉੱਠ ਜਾ। ਭਾਵ ਕਿ ਮਾਤਾ ਪਿਤਾ ਹੀ ਇਸ ਡਰ ਦਾ ਬੀਜ ਨਾ ਸਮਝੀ ਦੇ ਕਾਰਨ ਬੱਚੇ ਦੇ ਮਨ ਵਿੱਚ ਬੀਜ ਦਿੰਦੇ ਨੇ। ਸੰਗਤ ਜੀ, ਫਿਰ ਇਹ ਬੀਜ ਹੌਲੀ ਹੌਲੀ ਇੱਕ ਬਹੁਤ ਵੱਡਾ ਰੁੱਖ ਬਣ ਜਾਂਦਾ ਹੈ। ਸੰਗਤ ਜੀ, ਜੇ ਇਸ ਵਿਸ਼ੇ ਨੂੰ ਅਸੀਂ ਗੁਰਮਤ ਸਿਧਾਂਤ ਦੇ ਅਨੁਸਾਰ ਵਿਚਾਰੀਏ ਤਾਂ ਇਸ ਡਰ ਦੇ ਕਈ ਕਾਰਨ ਗੁਰਮਤ ਵਿੱਚ ਇਸ ਦੇ ਦੱਸੇ ਗਏ ਨੇ, ਜਿਸ ਦੇ ਵਿੱਚੋਂ 2 ਕਾਰਨਾਂ ਦਾ ਅਸੀਂ ਜ਼ਿਕਰ ਕਰਾਂਗੇ ਜੋ ਮੁੱਖ ਨੇ, ਜਿਸ ਦੇ ਨਾਲ ਡਰ ਦੀ ਉਪਜ ਹੁੰਦੀ ਹੈ। ਪਹਿਲਾ ਹੈ ਅਟੈਚਮੈਂਟ ਯਾਨੀ ਲਗਾਵ, ਅਤੇ ਦੂਜਾ ਹੈ ਮੌਤ ਦਾ ਡਰ। ਅਟੈਚਮੈਂਟ, ਸੰਗਤ ਜੀ, ਹਰ ਇੱਕ ਬੰਦਾ ਜਦੋਂ ਸੰਸਾਰ ਵਿੱਚ ਆਉਂਦਾ ਹੈ ਤਾਂ ਉਸ ਦੀ ਅਟੈਚਮੈਂਟ ਕਿਸੇ ਨਾ ਕਿਸੇ, ਜਾਂ ਇਹ ਕਹੋ ਕਿ ਹਾਲੇ ਕਿਸੇ ਦੇ ਨਾਲ ਵੀ ਉਸ ਦੀ ਅਟੈਚਮੈਂਟ ਹਾਲੇ ਨਹੀਂ ਹੁੰਦੀ, ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਨੂੰ ਕੁਝ ਨਹੀਂ ਪਤਾ, ਮਤਲਬ ਕਿ ਉਸ ਦੀ ਮਾਂ ਕੌਣ ਹੈ, ਉਸ ਦਾ ਬਾਪ ਕੌਣ ਹੈ, ਭਰਾ ਕੌਣ ਹੈ, ਭੈਣ ਕੌਣ ਹੈ। ਅਜੇ ਸਿਰਫ ਉਸ ਦੀ ਅਟੈਚਮੈਂਟ ਜੋ ਹੁੰਦੀ ਹੈ ਸਿਰਫ ਖੁਰਾਕ ਨਾਲ ਹੁੰਦੀ ਹੈ, ਮਾਤਾ ਦੇ ਦੁੱਧ ਨਾਲ ਹੁੰਦੀ ਹੈ। ਜਦੋਂ ਉਸ ਨੂੰ ਭੁੱਖ ਲੱਗਦੀ ਹੈ ਤਾਂ ਰੋਂਦਾ ਹੈ, ਪਹਿਲੇ ਪਿਆਰ ਲਗਾ ਤਾਂ ਦੁੱਧ। ਫਿਰ ਸੰਗਤ ਜੀ ਹੌਲੀ ਹੌਲੀ ਮਾਇਆ ਜਿਹੜੀ ਹੈ ਉਹ ਆਪਣਾ ਹੁਕਮ ਚਲਾਉਣਾ ਸ਼ੁਰੂ ਕਰ ਦਿੰਦੀ ਹੈ। ਬੱਚਾ ਹਰ ਇੱਕ ਚੀਜ਼ ਨਾਲ ਆਪਣੀ ਅਟੈਚਮੈਂਟ ਬਣਾਉਣੀ ਸ਼ੁਰੂ ਕਰ ਦਿੰਦਾ ਹੈ, ਮਾਤਾ ਪਿਤਾ ਦੇ ਨਾਲ, ਭੈਣ ਭਰਾਵਾਂ ਦੇ ਨਾਲ, ਫਿਰ ਹੌਲੀ ਹੌਲੀ ਪਤਨੀ ਨਾਲ, ਬੱਚਿਆਂ ਨਾਲ, ਹੋਰ ਕਈਆਂ ਚੀਜ਼ਾਂ ਨਾਲ, ਜ਼ਮੀਨ ਨਾਲ, ਜਾਇਦਾਦ ਨਾਲ। ਸੰਗਤ ਜੀ, ਫਿਰ ਜਿਹੜੀ ਚੀਜ਼ ਸਾਡੀ ਇਸ ਅਟੈਚਮੈਂਟ ਤੋਂ ਤੋੜਦੀ ਹੈ ਸਾਨੂੰ, ਉਹ ਡਰ ਬਣ ਜਾਂਦੀ ਹੈ, ਅਤੇ ਸਾਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ। ਯਾਨੀ ਅਟੈਚਮੈਂਟ ਦਾ ਮੋਹ ਟੁੱਟਣ ਨਾਲ ਸਾਡੇ ਅੰਦਰ ਡਰ ਪੈਦਾ ਹੋ ਜਾਂਦਾ ਹੈ। ਸੰਗਤ ਜੀ, ਹੁਣ ਜੋ ਡਰ ਦਾ ਮੁੱਖ ਕਾਰਨ ਹੈ, ਇੱਕ ਤੇ ਅਟੈਚਮੈਂਟ ਸੀ। ਹੁਣ ਜਿਹੜਾ ਮੁੱਖ ਜੋ ਕਾਰਨ ਹੈ ਜਿਸ ਨਾਲ ਸਾਨੂੰ ਅੰਦਰ ਡਰ ਪੈਦਾ ਹੁੰਦਾ ਹੈ, ਜੋ ਗੁਰਮਤ ਦੇ ਵਿੱਚ ਵੀ ਸਭ ਤੋਂ ਮੁੱਖ ਕਾਰਨ ਦੱਸਿਆ ਗਿਆ ਹੈ, ਉਹ ਹੈ ਮੌਤ ਦਾ ਡਰ। ਮੌਤ ਕੀ ਕਰਦੀ ਹੈ? ਸਾਰੀਆਂ ਚੀਜ਼ਾਂ ਨਾਲੋਂ ਸਾਡਾ ਵਿਛੋੜਾ ਬਣਾ ਦਿੰਦੀ ਹੈ। ਸਤਿਗੁਰ ਵੀ ਬਾਣੀ ਵਿੱਚ ਇਸ ਤਰ੍ਹਾਂ ਜ਼ਿਕਰ ਕਰਦੇ ਹਨ, ਜੇ ਮਰਣੇ ਸਭ ਜਗਤ ਤਰਾਸਿਆ। ਭਾਵ ਕਿ ਮਰਨਾ ਹੀ ਇੱਕ ਐਸਾ ਹੈ ਜਿਸ ਨਾਲ ਸਾਰਾ ਜਗਤ ਤਰਾਸ ਕਰਦਾ ਹੈ। ਤਰਾਸ ਦਾ ਭਾਵ ਹੈ ਡਰ। ਸੰਗਤ ਜੀ, ਕੇਵਲ ਮਨੁੱਖ ਹੀ ਨਹੀਂ, ਪੰਛੀ, ਪਰਿੰਦੇ ਵਗੈਰਾ ਵੀ ਇਸ ਤੋਂ ਡਰਦੇ ਹਨ, ਕਿਉਂਕਿ ਇਹ ਇੰਨਾ ਵੱਡਾ ਡਰ ਹੈ। ਮੌਤ ਦਾ ਜੋ ਡਰ ਹੈ ਇਤਨਾ ਵੱਡਾ ਹੈ। ਗੁਰੂ ਅਮਰਦਾਸ ਜੀ ਦੇ ਬਚਨ ਹਨ, ਭੈ ਵਿੱਚ ਸਭ ਆਕਾਰ ਹੈ। ਭਾਵ ਜੋ ਵੀ ਜੀਵ ਜੰਤੂ ਮਨੁੱਖ ਸਾਰੇ ਜੋ ਵੀ ਹਨ ਇਸ ਸ੍ਰਿਸ਼ਟੀ ਦੇ ਵਿੱਚ, ਉਹ ਸਾਰੇ ਭੈ ਵਿੱਚ ਹਨ। ਹੁਣ ਸੰਗਤ ਜੀ, ਵੇਖਣਾ ਹੈ ਕਿ ਇਸ ਡਰ ਤੋਂ ਨਿਜਾਤ ਜਿਹੜਾ ਹੈ, ਮੁਕਤੀ ਕਿਵੇਂ ਮਿਲ ਸਕਦੀ ਹੈ, ਕਿਹੜਾ ਤਰੀਕਾ ਹੈ ਜਿਸ ਨਾਲ ਸਾਡੇ ਜੀਵਨ ਵਿੱਚੋਂ ਇਹ ਡਰ ਜਿਹੜਾ ਹੈ ਉਹ ਖਤਮ ਹੋ ਸਕਦਾ ਹੈ। ਸੰਗਤ ਜੀ,
ਇਸ ਦਾ ਜੋ ਹੱਲ ਹੈ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਦਿੱਤਾ ਹੈ। ਬਾਣੀ ਦੇ ਵਿੱਚ ਇਸ ਦਾ ਹੱਲ ਹੈ। ਸੰਗਤ ਜੀ, ਇਹ ਕੁਦਰਤ ਦਾ ਇੱਕ ਨਿਯਮ ਹੈ ਕਿ ਤੁਸੀਂ ਜਿਸ ਨੂੰ ਵੀ ਸਿਮਰਦੇ ਹੋ, ਇਬਾਦਤ ਕਰਦੇ ਹੋ, ਉਸੇ ਵਰਗੇ ਤੁਸੀਂ ਬਣ ਜਾਂਦੇ ਹੋ। ਇਹ ਪ੍ਰਕਿਰਤੀ ਦਾ ਇੱਕ ਨਿਯਮ ਹੈ। ਭਾਵ ਜੇਕਰ ਤੁਸੀਂ ਖੋਟੇ ਦੀ ਸੰਗਤ ਕਰਦੇ ਹੋ ਤੇ ਖੋਟੇ ਹੋ ਜਾਂਦੇ ਹੋ, ਮੈਲੇ ਦੀ ਸੰਗਤ ਕਰਦੇ ਹੋ ਤੇ ਮੈਲੇ ਹੋ ਜਾਂਦੇ ਹੋ। ਯਾਨੀ ਕਾਲੇ ਬਰਤਨ 'ਤੇ ਹੱਥ ਲਾ ਕੇ ਜੇ ਤੁਹਾਡੇ ਹੱਥ 'ਤੇ ਕਾਲਕ ਨਾ ਲੱਗੇ, ਇਹ ਹੋ ਨਹੀਂ ਸਕਦਾ। ਯਾਨੀ ਜਿਸ ਦੀ ਵੀ ਸੰਗਤ ਕਰੋਗੇ ਉਸ ਦੇ ਗੁਣ ਅਤੇ ਅਵਗੁਣ ਤੁਹਾਡੇ ਵਿੱਚ ਸੁਭਾਵਿਕ ਆ ਜਾਣਗੇ। ਸੰਗਤ ਜੀ, ਸਤਿਗੁਰੂ ਨੇ ਨਿਰਭਉ ਹੋਣ ਦਾ ਇੱਕੋ ਹੀ ਰਸਤਾ ਦੱਸਿਆ ਹੈ। ਇਸ ਦੁਨੀਆ ਦੇ ਵਿੱਚ ਕੋਈ ਨਿਰਭਉ ਨਹੀਂ ਹੈ, ਸਿਰਫ ਅਕਾਲ ਪੁਰਖ ਦੇ ਸਿਵਾ। ਤੇ ਜੇ ਅਸੀਂ ਹੁਣ ਡਰ ਤੋਂ ਨਿਜਾਤ ਪਾਉਣਾ ਚਾਹੁੰਦੇ ਹਾਂ ਤੇ ਅਕਾਲ ਪੁਰਖ ਦਾ ਸੰਗ ਜਿਹੜਾ ਹੈ ਉਹ ਸਾਨੂੰ ਕਰਨਾ ਹੀ ਪਵੇਗਾ। ਸੰਗਤ ਜੀ, ਜਪਜੀ ਸਾਹਿਬ ਦੇ ਵਿੱਚ ਅਸੀਂ ਰੋਜ਼ ਸ਼ੁਰੂ ਵਿੱਚ ਹੀ ਪੜ੍ਹਦੇ ਹਾਂ ਨਿਰਭਉ। ਭਾਵ ਉਹ ਨਿਰਭਉ ਹੈ, ਭੈ ਤੋਂ ਰਹਿਤ ਹੈ। ਸੋਦਰ ਬਾਣੀ ਵਿੱਚ ਵੀ ਅਸੀਂ ਪੜ੍ਹਦੇ ਹਾਂ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਭਾਵ ਜਿਨ੍ਹਾਂ ਨੇ ਨਿਰਭਉ ਪਰਮਾਤਮਾ ਦੀ ਇਬਾਦਤ ਕੀਤੀ, ਉਹਨਾਂ ਦੇ ਦਿਲ ਵਿੱਚੋਂ ਭਉ ਜਿਹੜਾ ਹੈ ਉਹ ਸਾਰਾ ਮਿਟ ਜਾਂਦਾ ਹੈ। ਭਉ ਉਹਨਾਂ ਦੇ ਮਨ ਵਿੱਚ, ਉਹਨਾਂ ਦੇ ਦਿਲ ਵਿੱਚ ਨਹੀਂ ਰਹਿੰਦਾ। ਸੋ ਸੰਗਤ ਜੀ, ਹੁਣ ਜੇ ਬੰਦਾ ਸਦਾ ਲਈ ਭਉ ਤੋਂ, ਡਰ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਪਰਮਾਤਮਾ ਦੀ ਬੰਦਗੀ ਕਰਨੀ ਹੀ ਪਵੇਗੀ। ਇਤਿਹਾਸ ਸੰਗਤ ਜੀ ਇਸ ਦਾ ਗਵਾਹ ਹੈ। ਜੋ ਪਰਮਾਤਮਾ ਦੀ ਬੰਦਗੀ ਕਰਦਾ ਹੈ, ਮੌਤ ਤੱਕ ਦਾ ਵੀ ਉਸ ਨੂੰ ਭੈ ਨਹੀਂ ਰਹਿੰਦਾ ਹੈ, ਮੌਤ ਵੀ ਉਸ ਨੂੰ ਡਰਾ ਨਹੀਂ ਸਕਦੀ। ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਜਿਨ੍ਹਾਂ ਨੂੰ ਮੌਤ ਦਾ ਕੋਈ ਡਰ ਨਹੀਂ ਸੀ, ਇਸ ਦਾ ਇੱਕ ਐਗਜ਼ਾਮਪਲ ਹਨ। ਸੋ ਸੰਗਤ ਜੀ, ਬਹੁਤ ਲੰਬਾ ਵਿਚਾਰ ਹੋ ਜਾਏਗਾ। ਇਸ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਜੇ ਮੌਤ ਤੇ ਅਸੀਂ ਜੇ ਡਰ ਤੋਂ ਨਿਜਾਤ ਪਾਉਣਾ ਹੈ ਤੇ ਪਰਮਾਤਮਾ ਦੀ ਬੰਦਗੀ ਦੇ ਵਿੱਚ ਸਾਨੂੰ ਜੁੜਨਾ ਹੀ ਪਵੇਗਾ। ਹੋਰ ਕੋਈ ਰਸਤਾ ਇਸ ਤੋਂ ਨਿਜਾਤ ਪਾਉਣ ਦਾ ਨਹੀਂ ਹੈ। ਤੇ ਜਦੋਂ ਅਸੀਂ ਪਰਮਾਤਮਾ ਦੀ ਬੰਦਗੀ ਦੇ ਰਸਤੇ 'ਤੇ ਚੱਲ ਪੈਂਦੇ ਹਾਂ ਤੇ ਪਰਮਾਤਮਾ ਸਾਡਾ ਸਹਾਈ ਜਿਹੜਾ ਹੈ ਉਹ ਆਪ ਬਣ ਜਾਂਦਾ ਹੈ। ਬੰਦੇ ਦਾ ਕੋਈ ਵੀ ਵਾਲ ਵਿੰਗਾ ਨਹੀਂ ਕਰ ਸਕਦਾ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਸੰਗਤ ਜੀ, ਭੁੱਲਾਂ ਚੁੱਕਾਂ ਨੂੰ ਮਾफ़ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।